ਜਥੇਦਾਰ ਸਾਹਿਬ ਨੇ ਸਿੱਧਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਉੱਪਰ ਕੀਤਾ, ਜਿਸ ਦਾ ਕੰਟਰੋਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ। ਕਿਉਂ ਗੁੱਥਮ-ਗੁੱਥਾ ਹੋ ਰਹੇ ਨੇ ਸਿੱਖ ਰੋਜ਼, ਕਿਉਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਕਿ ਸਿੱਖ ਦਾ ਵੈਰੀ ਬਣ ਰਿਹਾ। ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਪਿੱਛੇ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਦਾ ਜੋ ਹੱਥ ਰਹਿੰਦਾ ਹੈ। ਜਿਹੜੇ ਲੋਕਾਂ ਦੇ ਉੱਤੇ ਸਿੱਧੇ ਦੋਸ਼ ਲੱਗ ਚੁੱਕੇ ਆ, ਇੱਕ ਪਰਿਵਾਰ ਦੇ ਉੱਤੇ ਦੋਸ਼ ਲੱਗ ਚੁੱਕੇ ਆ, ਉਹਨਾਂ ਨੂੰ ਹੁਣ ਤੁਸੀਂ ਕਹਿ ਦਿਓ ਕਿ ਤੁਸੀਂ ਭਾਈ ਕੁਝ ਸਮਾਂ ਆਰਾਮ ਕਰੋ। ਤੁਹਾਡੇ ਉੱਪਰ ਦੋਸ਼ ਲੱਗਾ ਹੈ ਕਿ ਤੁਸੀਂ ਡੇਰਾ ਸਿਰਸਾ ਨੂੰ ਧੱਕੇ ਨਾਲ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਵਾਈ। ਤੁਹਾਡੇ ਉੱਪਰ ਦੋਸ਼ ਲੱਗੇ ਨੇ ਕਿ ਤੁਸੀਂ ਸਿੱਖ ਕੌਮ ਦੀ ਸਭ ਤੋਂ ਵੱਡੀ ਮਾਨਮਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗਿੱਟਿਆਂ ਤੋਂ ਲੈ ਕੇ ਸਿਰ ਤੱਕ ਭ੍ਰਿਸ਼ਟਾਚਾਰ ਕਰਨ ਦੀ ਖੁੱਲ੍ਹ ਦਿੱਤੀ। ਔਰ ਤੁਹਾਡੇ ਉੱਪਰ ਦੋਸ਼ ਲੱਗੇ ਨੇ ਕਿ ਤੁਸੀਂ ਸੈਣੀ ਵਰਗਿਆਂ ਨੂੰ ਡੀਜੀਪੀ ਲਗਾਇਆ। ਤੁਹਾਡੇ ਉੱਪਰ ਦੋਸ਼ ਲੱਗੇ ਨੇ ਕਿ ਤੁਸੀਂ ਕਾਤਲਾਂ ਨਾਲ ਸਮਝੌਤੇ ਕੀਤੇ। ਤੁਹਾਡੇ ਉੱਪਰ ਦੋਸ਼ ਲੱਗੇ ਕਿ ਤੁਸੀਂ ਕਿਸਾਨਾਂ ਨਾਲ ਖੜਨ ਦੀ ਬਜਾਏ ਦਿੱਲੀ ਤਖਤ ਨਾਲ ਖੜ ਕੇ ਆਰਡੀਨੈਂਸਾਂ ਦਾ ਵਿਰੋਧ ਕਰਦੇ ਸਮੇਂ ਮਗਰਮੱਛ ਦੇ ਹੰਝੂ ਕੇਰ ਰਹੇ ਹੋ। ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਇਹ ਗੱਲ ਕਹਿ ਸਕਦੇ ਨੇ ਬਾਦਲ ਪਰਿਵਾਰ ਨੂੰ? ਨਾ ਕਹਿਣ ਤੇ ਫਿਰ ਉਹਨਾਂ ਦਾ ਵੀ ਹਸ਼ਰ ਜੋ ਪਹਿਲਾਂ ਗਿਆਨੀ ਗੁਰਬਚਨ ਸਿੰਘ ਦਾ ਹੋਇਆ। ਇੱਕ ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਉਂ ਕਿਹਾ ਕਿ ਸਿਆਸੀ ਵਖਰੇਵੇਂ ਤੋਂ ਬਾਅਦ ਸਿਧਾਂਤਕ ਵਖਰੇਵਾਂ ਆ ਗਿਆ ਹੈ, ਜਾਂ ਇਹ ਗੱਲ ਕਿਉਂ ਕਹੀ ਕਿ ਸਿੱਖ ਸੰਸਥਾਵਾਂ ਦੇ ਵਿੱਚ ਜੋ ਹੈ ਬੇਭਰੋਸਗੀ ਆ ਰਹੀ ਹੈ, ਜਿਸ ਨੂੰ ਦੂਰ ਕਰਨਾ ਚਾਹੀਦਾ ਹੈ। ਹੁਣ ਇਸ ਬਿਆਨ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਤੇ ਇੱਕ ਮਾਇਨਾ ਇਹ ਵੀ ਕੱਢਿਆ ਜਾ ਰਿਹਾ ਕਿ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਨਿਸ਼ਾਨਾ ਵਿੰਨਿਆ ਹੈ ਬਾਦਲ ਪਰਿਵਾਰ ਤੇ। ਇਸ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਜਿਸ ਸਭਾ ਦੇ ਵਿੱਚ ਇਹ ਗੱਲ ਕਹੀ ਗਈ ਉਸ ਦੀ ਸਰਪ੍ਰਸਤੀ ਕਰ ਰਹੇ ਸੀ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੀ, ਜੋ ਸਰਪ੍ਰਸਤ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੇ ਜਨਰਲ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ। ਸਰ, ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਦੇਖੋ, ਇਹ ਬਿਆਨ ਬੜਾ ਪੀੜਾ ਦੇ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਚੰਗੇ ਬਿਆਨ ਦਿੱਤੇ, ਚੰਗੀਆਂ ਕਾਰਵਾਈਆਂ ਕੀਤੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਚੱਲ ਰਿਹਾ ਸੀ, ਉਸ ਦੇ ਵਿੱਚ ਇੱਕ ਕਮੇਟੀ ਗਠਿਤ ਕੀਤੀ ਸੀ। ਉਹਨੇ ਆਪਣੀ ਰਿਪੋਰਟ ਜਾਰੀ ਕੀਤੀ। ਪਹਿਲਾਂ ਕੁਝ ਸਰੂਪ ਦੀ ਗੱਲ ਹੋ ਰਹੀ ਸੀ, ਪਰ ਜਥੇਦਾਰ ਸਾਹਿਬ ਨੇ ਕਿਹਾ ਕਿ ਨਹੀਂ, ਇਸ ਤੋਂ ਵੀ ਜ਼ਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਹੇਠ ਸਰੂਪ ਜਿਹੜੇ ਆ ਉਹ ਗੁੰਮ ਨੇ। ਤਾਂ ਜਦੋਂ ਇਹੋ ਜਿਹੇ ਉਹਨਾਂ ਨੇ ਚੰਗੀਆਂ ਗੱਲਾਂ ਕੀਤੀਆਂ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਫੈਸਲਾ ਕੀਤਾ ਕਿ ਅਜਿਹੇ ਜਥੇਦਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੁਲਾ ਕੇ ਸਨਮਾਨਿਤ ਵੀ ਕਰਨਾ ਚਾਹੀਦਾ, ਉਹਨਾਂ ਦੇ ਵਿਚਾਰ ਵੀ ਸੁਣਨੇ ਚਾਹੀਦੇ ਆ ਔਰ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗੇ ਫੈਸਲੇ ਲੈ ਸਕਣ। ਜਥੇਦਾਰ ਸਾਹਿਬ ਨੇ ਸਿੱਧਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਉੱਪਰ ਕੀਤਾ, ਜਿਸ ਦਾ ਕੰਟਰੋਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ। ਉਹਨਾਂ ਨੇ ਕਿਹਾ ਕਿ ਜਿਹੜੀਆਂ ਸਥਾਪਿਤ ਧਿਰਾਂ ਨੇ, ਸਥਾਪਿਤ ਧਿਰੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ, ਉਹਨਾਂ ਨੇ ਕਿਹਾ ਕਿ ਉਹਦੇ ਅੰਦਰ ਇੰਨੀ ਬੇਭਰੋਸਗੀ ਪੈਦਾ ਹੋ ਗਈ ਹੈ ਕਿ ਉਹ ਅੱਜ ਗੈਰ ਸਥਾਪਿਤ ਧਿਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਵਿਚਾਰ ਕਿਉਂ ਨਹੀਂ ਸੁਣ ਰਿਹਾ, ਕਿਉਂ ਗੁੱਥਮ-ਗੁੱਥਾ ਹੋ ਰਹੇ ਨੇ ਸਿੱਖ ਰੋਜ਼, ਕਿਉਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਕਿ ਸਿੱਖ ਦਾ ਵੈਰੀ ਬਣ ਰਿਹਾ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਜਥੇਦਾਰ ਸਾਹਿਬ ਦਾ ਇਹ ਬਿਆਨ ਬੜਾ ਵੱਡਾ ਹੈ ਔਰ ਉਹਨਾਂ ਨੇ ਬਿਆਨ ਦੇ ਨਾਲ ਇੱਕ ਪੀੜਾ ਜ਼ਾਹਰ ਕੀਤੀ ਹੈ ਕਿ ਜਿਹੜੀ ਹਰ ਸਿੱਖ ਦੀ ਹੈ। ਉਹਨਾਂ ਨੇ ਗੱਲ ਕਹੀ ਕਿ ਸਿੱਖ ਕੌਮ ਜਿਹੜੀ ਹਰ ਖੇਤਰ ਦੇ ਵਿੱਚ ਬੁਲੰਦੀਆਂ ਹਾਸਲ ਕਰਨ ਵਾਲੀ ਕੌਮ ਹੈ, ਇੱਕ ਨਵੀਨਤਮ ਧਰਮ ਹੈ ਜਿਸ ਦੇ ਅੰਦਰ ਜਾਤ ਪਾਤ ਦਾ ਕੋਡ ਖਤਮ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਨਤਾਣਿਆਂ ਦਾ ਜਿਹੜਾ ਇਹ ਤਖਤ ਹੈ, ਜਿੱਥੇ ਜਿਹੜੇ ਆ ਆਪਣੇ ਇਸ ਤਰ੍ਹਾਂ ਦੇ ਲੋਕ ਜਿਹੜੇ ਦਬਲੇ ਕੁਚਲੇ ਲੋਕ ਨੇ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ। ਇੱਥੇ ਜਾਤ ਪਾਤ ਨੂੰ ਪਾਸੇ ਕੀਤਾ ਜਾਂਦਾ, ਪਰ ਮੌਜੂਦਾ ਸਮੇਂ 'ਚ ਕੀ ਹੋ ਰਿਹਾ, ਉਹ ਕਹਿੰਦੇ ਮੇਰੇ ਸਮੇਤ ਹਰ ਇੱਕ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ। ਉਹਨਾਂ ਕਿਹਾ ਜਿਹੜੀ ਬੇਭਰੋਸਗੀ ਪੈਦਾ ਹੋ ਰਹੀ ਹੈ ਇਹ ਖਤਮ ਹੋਣੀ ਚਾਹੀਦੀ ਹੈ। ਹੁਣ ਜਿਵੇਂ ਤੁਸੀਂ ਕਿਹਾ ਕਿ ਗਿਆਨੀ ਜੀ ਨੇ ਕਿਹਾ ਕਿ ਮੇਰੇ ਸਮੇਤ ਹਰੇਕ ਤੇ ਸਵਾਲ ਉੱਠ ਰਹੇ ਨੇ। ਉਹਨਾਂ ਦੇ ਸਵਾਲ ਤਾਂ ਉੱਠਦੇ ਨੇ ਕਿਉਂਕਿ ਆਮ ਸੰਗਤਾਂ ਦੇ ਵਿੱਚ ਚਰਚਾ ਵੀ ਹੁੰਦੀ ਹੈ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਪਿੱਛੇ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਦਾ ਜੋ ਹੱਥ ਰਹਿੰਦਾ ਹੈ। ਹਾਂਜੀ, ਦੇਖੋ, ਇਹ ਤਾਂ ਕੋਈ ਦੋ ਰਾਇ ਨਹੀਂ।
ਕਿ ਉਹਨਾਂ ਦੀ ਨਿਯੁਕਤੀ ਹੁੰਦੀ ਹੈ, ਪਰ ਬਹੁਤ ਲੰਮੇ ਸਮੇਂ ਤੋਂ ਬਾਅਦ ਇੱਕ ਅਜਿਹਾ ਜਥੇਦਾਰ ਜਿਹੜਾ ਇੱਕ ਪੜ੍ਹਿਆ ਲਿਖਿਆ ਔਰ ਜਿਸ ਨੇ ਚੰਗੀ ਮਹਾਰਤ ਹਾਸਲ ਕੀਤੀ ਹੈ ਕਿ ਉਹ ਆਪਣੇ ਲਫ਼ਜ਼ਾਂ ਦੇ ਨਾਲ ਸਿੱਖ ਕੌਮ ਦੇ ਵਿੱਚ ਚਾਹੇ ਨੌਜਵਾਨ ਪੀੜ੍ਹੀ ਹੋਵੇ ਜਾਂ ਆਮ ਲੋਕ ਹੋਣ, ਉਹ ਅੱਜ ਉਹਨਾਂ ਦੀ ਗੱਲ ਦੇ ਉੱਤੇ ਯਕੀਨ ਕਰਨ ਲੱਗੇ ਨੇ, ਉਹਨਾਂ ਨੂੰ ਮਹਿਸੂਸ ਹੋਣ ਲੱਗਾ। ਮੈਂ ਵੀ ਕੱਲ੍ਹ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਡੇ ਵਿੱਚੋਂ ਅਸੀਂ ਕਿਉਂ ਅਕਾਲੀ ਫੂਲਾ ਸਿੰਘ ਦੇਖ ਰਹੇ ਹਾਂ? ਤੁਸੀਂ ਅਕਾਲੀ ਫੂਲਾ ਸਿੰਘ ਨਹੀਂ, ਲੇਕਿਨ ਸਾਨੂੰ ਨਜ਼ਰ ਆ ਰਿਹਾ ਹੈ ਕਿ ਤੁਸੀਂ ਉਹਨਾਂ ਦੇ ਪੈਰ ਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ। ਆਹ ਕੌਮ ਤੁਹਾਡੇ ਨਾਲ ਖੜੀ ਹੈ, ਗੁਰੂ ਪਾਤਸ਼ਾਹ ਦਾ ਓਟ ਆਸਰਾ ਹੋਵੇਗਾ, ਤੁਸੀਂ ਕਦਮ ਵਧਾਓ ਔਰ ਕੌਮ ਦੇ ਅੰਦਰ ਜਿਹੜੀ ਬੇਵਿਸ਼ਵਾਸੀ ਪੈਦਾ ਹੋਈ ਹੈ ਉਸ ਨੂੰ ਖਤਮ ਕਰੋ। ਔਰ ਅਸੀਂ ਨਾਲੇ ਵੀ ਐਲਾਨ ਕੀਤਾ ਕਿ ਫੈਡਰੇਸ਼ਨ ਜਿਹੜੀ ਅਲੱਗ-ਅਲੱਗ ਧੜਿਆਂ 'ਚ ਵੰਡੀ ਹੈ, ਅਕਾਲੀ ਦਲ ਅਲੱਗ-ਅਲੱਗ ਧੜਿਆਂ 'ਚ ਵੰਡੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੰਡੀ ਜਾ ਚੁੱਕੀ ਹੈ। ਤਾਂ ਇਹ ਜਿਹੜੀਆਂ 3-4 ਸੰਸਥਾਵਾਂ ਨੇ, ਦਮਦਮੀ ਟਕਸਾਲ ਦੇ ਕਈ ਟੋਟੇ ਹੋ ਚੁੱਕੇ ਨੇ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਇੱਕ ਲਿਖਤੀ ਉਹਨਾਂ ਨੂੰ ਪ੍ਰਣ ਪੱਤਰ ਦਿੱਤਾ ਕਿ ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਏਕਤਾ ਚਾਹੁੰਦੇ ਹਾਂ। ਭਾਵੇਂ ਕਿ ਮੈਂ ਜਥੇਬੰਦੀ ਦਾ ਸਰਪ੍ਰਸਤ ਹਾਂ, ਪਰ ਜਥੇਬੰਦੀ ਦੇ ਪ੍ਰਧਾਨ ਸਰਦਾਰ ਜਗਰੂਪ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਅਸੀਂ ਬਕਾਇਦਾ ਇਸਤਰੀ ਵਿੰਗ ਵੱਲੋਂ ਵੀ ਲਿਖ ਕੇ ਦਿੱਤਾ, ਮਨਦੀਪ ਕੌਰ ਸੰਧੂ ਨੇ ਦਸਤਕ ਕੀਤੇ। ਅਸੀਂ ਕਿਹਾ ਕਿ ਆਹ ਜਥੇਦਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੁਹਾਡੇ ਹਵਾਲੇ ਆ ਕਿ ਤੁਸੀਂ ਏਕਤਾ ਦੇ ਯਤਨ ਕਰਕੇ ਪਹਿਲਾਂ ਨੌਜਵਾਨਾਂ ਨੂੰ ਇਕੱਠਿਆਂ ਕਰੋ, ਫਿਰ ਬਜ਼ੁਰਗਾਂ ਨੂੰ ਇਕੱਠਿਆਂ ਕਰੋ। ਪਰ ਜਿਹੜੇ ਲੋਕਾਂ ਦੇ ਉੱਤੇ ਸਿੱਧੇ ਦੋਸ਼ ਲੱਗ ਚੁੱਕੇ ਆ, ਇੱਕ ਪਰਿਵਾਰ ਦੇ ਉੱਤੇ ਦੋਸ਼ ਲੱਗ ਚੁੱਕੇ ਆ, ਉਹਨਾਂ ਨੂੰ ਹੁਣ ਤੁਸੀਂ ਕਹਿ ਦਿਓ ਕਿ ਤੁਸੀਂ ਭਾਈ ਕੁਝ ਸਮਾਂ ਆਰਾਮ ਕਰੋ। ਤੁਸੀਂ ਬੜੀ ਸੇਵਾ ਕੀਤੀ ਔਰ ਉਹ ਸੇਵਾ ਦੇ ਦਰਮਿਆਨ ਤੁਹਾਡੇ ਉੱਤੇ ਜਿਹੜੇ ਵੱਡੇ ਪ੍ਰਸ਼ਨ ਚਿੰਨ੍ਹ ਲੱਗੇ ਆ, ਤੁਹਾਡੇ ਉੱਪਰ ਦੋਸ਼ ਲੱਗਾ ਕਿ ਤੁਸੀਂ ਡੇਰਾ ਸਿਰਸਾ ਨੂੰ ਧੱਕੇ ਨਾਲ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਵਾਈ, ਤੁਹਾਡੇ ਉੱਪਰ ਦੋਸ਼ ਲੱਗੇ ਨੇ ਕਿ ਤੁਸੀਂ ਸਿੱਖ ਕੌਮ ਦੀ ਸਭ ਤੋਂ ਵੱਡੀ ਮਾਨਮਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗਿੱਟਿਆਂ ਤੋਂ ਲੈ ਕੇ ਸਿਰ ਤੱਕ ਭ੍ਰਿਸ਼ਟਾਚਾਰ ਕਰਨ ਦੀ ਖੁੱਲ੍ਹ ਦਿੱਤੀ। ਔਰ ਤੁਹਾਡੇ ਉੱਪਰ ਦੋਸ਼ ਲੱਗੇ ਨੇ ਕਿ ਤੁਸੀਂ ਸੈਣੀ ਵਰਗਿਆਂ ਨੂੰ DGP ਲਗਾਇਆ, ਤੁਹਾਡੇ ਉੱਪਰ ਦੋਸ਼ ਲੱਗੇ ਨੇ ਕਿ ਤੁਸੀਂ ਕਾਤਲਾਂ ਨਾਲ ਸਮਝੌਤੇ ਕੀਤੇ, ਤੁਹਾਡੇ ਉੱਪਰ ਦੋਸ਼ ਲੱਗੇ ਕਿ ਤੁਸੀਂ ਕਿਸਾਨਾਂ ਨਾਲ ਖੜਨ ਦੀ ਬਜਾਏ ਦਿੱਲੀ ਤਖਤ ਨਾਲ ਖੜ ਕੇ ਆਰਡੀਨੈਂਸਾਂ ਦਾ ਵਿਰੋਧ ਕਰਦੇ ਸਮੇਂ ਮਗਰਮੱਛ ਦੇ ਹੰਝੂ ਕੇਰ ਰਹੇ ਹੋ। ਤਾਂ ਤੁਸੀਂ ਉਹਨਾਂ ਨੂੰ ਪਾਸੇ ਕਰਕੇ ਬਿਠਾਓ, ਕੌਮ ਤੁਹਾਡੇ ਨਾਲ ਖੜੀ ਹੋਵੇਗੀ। ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਇਹ ਗੱਲ ਕਹਿ ਸਕਦੇ ਨੇ ਬਾਦਲ ਪਰਿਵਾਰ ਨੂੰ? ਨਾ ਕਹਿਣ ਤੇ ਫਿਰ ਉਹਨਾਂ ਦਾ ਵੀ ਹਸ਼ਰ ਜੋ ਪਹਿਲਾਂ ਗਿਆਨੀ ਗੁਰਬਚਨ ਸਿੰਘ ਦਾ ਹੋਇਆ, ਤੁਸੀਂ ਦੇਖੋ ਕਿ ਉਹਨਾਂ ਨੂੰ ਕਿਸ ਤਰ੍ਹਾਂ ਨਵਾਜਿਆ ਗਿਆ ਤੇ ਕਿਸ ਤਰੀਕੇ ਨਾਲ ਉਹ ਆਪਣੇ ਘਰਾਂ ਨੂੰ ਗਏ। ਇਸ ਤੋਂ ਪਹਿਲਾਂ ਕਿੰਨੇ ਜਥੇਦਾਰ ਜਾਂਦੇ ਰਹੇ ਆ। ਜੇ ਅੱਜ ਥੋੜ੍ਹਾ ਬਹੁਤਾ ਸਤਿਕਾਰ ਕੌਮ ਦੇ ਵਿੱਚ ਇੱਕ ਅਲੱਗ ਤਰ੍ਹਾਂ ਹੈਗਾ, ਭਾਈ ਰਣਜੀਤ ਸਿੰਘ ਦਾ ਸਾਬਕਾ ਜਥੇਦਾਰ ਦੇ ਹੁੰਦਿਆਂ ਵੀ ਕਿ ਉਹ ਬਬਾਕੀ ਦੇ ਤੌਰ ਦੇ ਉੱਤੇ ਪੰਥ ਦੇ ਵਿੱਚ ਇੱਕ ਬੜਾ ਵੱਡਾ ਉਹਨਾਂ ਨੇ ਇੱਕ ਗੱਲ ਕੀਤੀ ਹੈ। ਸੋ ਜਿਹੜਾ ਵੀ ਪੰਥ ਦੀ ਗੱਲ ਕਰੇਗਾ, ਅੱਜ ਅਕਾਲੀ ਫੂਲਾ ਸਿੰਘ ਸਦੀਆਂ ਬਾਅਦ ਅੱਜ ਉਹਨਾਂ ਦੀ ਗੱਲ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿ ਉਹਨਾਂ ਨੇ ਉਸ ਵੇਲੇ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਤੂੰ ਭਾਈ ਗਲਤੀ ਕੀਤੀ ਹੈ ਤੇ ਤੈਨੂੰ ਕੋੜੇ ਲੱਗਣਗੇ। ਠੀਕ ਹੈ ਜੀ। ਅੱਜ ਦੇ ਜਥੇਦਾਰ ਸਾਹਿਬ ਨੂੰ ਵੀ ਜੇ ਅਸੀਂ ਨੌਜਵਾਨ ਸਾਰੀ ਜਿਹੜੀ ਸਾਡੀਆਂ ਵੱਡੀਆਂ ਸੰਸਥਾਵਾਂ ਉਹਨਾਂ ਦੇ ਨਾਲ ਖੜ ਜਾਣ ਤੇ ਜਥੇਦਾਰ ਸਾਹਿਬ ਨੂੰ ਇਹ ਹੋਵੇ ਕਿ ਮੈਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੇ ਉਹ ਵੀ ਮਨ ਵਿੱਚ ਫੈਸਲਾ ਕਰ ਲੈਣ ਕਿ ਮੈਨੂੰ ਜਥੇਦਾਰ ਤਾਂ ਮੈਂ ਕੌਮ ਦਾ ਹਾਂ, ਨਾ ਕਿ ਮੈਂ ਕਿਸੇ ਇੱਕ ਪਰਿਵਾਰ ਦਾ। ਤਾਂ ਜਿਸ ਦਿਨ ਉਹ ਇਹ ਗੱਲ ਸਮਝ ਕੇ ਕਦਮ ਪੁੱਟਣੇ ਉਹਨਾਂ ਨੇ ਜਿਵੇਂ ਸ਼ੁਰੂ ਕੀਤੇ ਆ, ਤੇ ਮੈਂ ਮਹਿਸੂਸ ਕਰਦਾ ਕਿ ਤੁਸੀਂ ਦੇਖੋ ਹਾਲਾਤ ਬਦਲਣ 'ਚ ਦੇਰ ਨਹੀਂ ਲੱਗੇਗੀ, ਪੰਥ ਇੱਕਜੁੱਟ ਨਜ਼ਰ ਆਏਗਾ। ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜ ਮੇਰੇ ਖਿਆਲ 'ਚ ਕੋਈ ਰਾਜਾ ਹੋਇਆ ਵੀ ਨਹੀਂ ਇਤਿਹਾਸ ਦੇ ਵਿੱਚ। BBC ਨੇ ਉਹਨਾਂ ਨੂੰ ਇੱਕ ਵਧੀਆ ਰਾਜ ਦਾ ਖਿਤਾਬ ਦਿੱਤਾ। ਸਿੱਖ ਰਾਜ ਦੇ ਵਿੱਚ BBC ਵਰਗੀ ਵੱਡੀ ਇੱਕ ਜਿਹੜੀ ਸੰਸਥਾ ਹੈ, ਉਹਨਾਂ ਨੇ ਵੀ ਸਰਵੇਖਣ ਕਰਕੇ ਕਿਹਾ ਕਿ ਜਿੰਨੇ ਵੀ ਰਾਜ ਹੋਏ ਨੇ ਉਹਨਾਂ ਵਿੱਚ ਸਿੱਖ ਰਾਜ ਜਿਸ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਵਧੀਆ, ਪਰ ਗਲਤੀ ਉਹਨਾਂ ਕੋਲ ਵੀ ਹੋ ਗਈ। ਤੇ ਉਸ ਵਕਤ ਜਦੋਂ ਉਹਨਾਂ ਨੇ ਗਲਤੀ ਕੀਤੀ ਤੇ ਉਹਨਾਂ ਨੇ ਸਜ਼ਾ ਵੀ ਕਬੂਲੀ, ਕਿਉਂਕਿ ਉਸ ਵੇਲੇ ਕੀ ਹੋਇਆ ਸੀ ਕਿ ਇੱਕ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਜਿਹੜਾ ਸਿੱਖ ਸੀ ਨਾ, ਉਹ ਖੜਾ ਸੀ, ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਹਰ ਨਿਕਲੇ ਸੀ ਤਾਂ ਉਹਨੇ ਵੀ ਫਤਿਹ ਨਹੀਂ ਸੀ ਬੁਲਾਈ। ਤੁਸੀਂ ਇਹ ਦੇਖੋ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਿਸ ਕਦਰ ਹੈ ਸਿੱਖ ਕੌਮ ਦੇ ਅੰਦਰ, ਕਿ ਜਦੋਂ ਉਹ ਪੁੱਛਿਆ ਗਿਆ ਦਰਬਾਰ ਦੇ ਵਿੱਚ ਕਿ ਭਾਈ ਫਤਿਹ ਕਿਉਂ ਨਹੀਂ ਬੁਲਾਈ, ਨਾ ਦਰਬਾਰੀਆਂ ਨੇ ਬੁਲਾਈ, ਨਾ ਵਜ਼ੀਰਾਂ ਨੇ ਫਤਿਹ ਬੁਲਾਈ, ਕੋਈ ਉਹਨਾਂ ਦੀ ਸ਼ਾਨ ਵਿੱਚ ਖੜਾ ਨਹੀਂ ਹੋਇਆ। ਤਾਂ ਉਹ ਕਹਿੰਦੇ ਗੱਲ ਕੀ ਹੈ? ਉਹ ਕਹਿੰਦੇ ਜੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆ ਗਿਆ ਕਿ ਰਣਜੀਤ ਸਿੰਘ ਨੂੰ ਪੇਸ਼ ਕੀਤਾ ਜਾਵੇ। ਮਹਾਰਾਜਾ ਵੀ ਨਹੀਂ ਕਿਹਾ ਗਿਆ, ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ 'ਤੇ ਪੇਸ਼ ਕੀਤਾ ਜਾਵੇ, ਤੇ ਉਨੀ ਦੇਰ ਤੱਕ
ਕੋਈ ਇਸ ਦੇ ਮੱਥੇ ਨਾ ਲੱਗੇ, ਕੋਈ ਇਸ ਨੂੰ ਫਤਿਹ ਨਾ ਬੁਲਾਵੇ। ਤੇ ਇਸ ਤਰ੍ਹਾਂ ਦੀ ਗੱਲ ਜੇ ਜਥੇਦਾਰ ਅਕਾਲ ਤਖਤ ਸਾਹਿਬ ਕਹਿ ਦੇਣਗੇ, ਮੌਜੂਦਾ ਸਮੇਂ 'ਚ ਕੀ ਹੋਇਆ, ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਗਿਆਨੀ ਜੈਲ ਸਿੰਘ, ਦੇਸ਼ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਬੂਟਾ ਸਿੰਘ, ਦੇਸ਼ ਦੇ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ, ਔਰ ਇਸੇ ਤਰ੍ਹਾਂ ਨਿਹੰਗ ਮੁਖੀ ਸੰਤਾ ਸਿੰਘ, ਔਰ ਇਸ ਤਰੀਕੇ ਦੇ ਨਾਲ ਹੀ ਇੱਕ ਸੰਤ ਡੇਰੇਦਾਰ ਬਾਬਾ ਨਰੈਣ ਸਿੰਘ, ਉਹਨਾਂ ਦੇ ਪੈਰੋਕਾਰਾਂ ਨੇ ਤੇ ਖੁਦ ਜਿਹੜੇ ਉਸ ਵਕਤ ਜਿਉਂਦੇ ਸਨ ਗਿਆਨੀ ਜੈਲ ਸਿੰਘ, ਬੂਟਾ ਸਿੰਘ, ਬਰਨਾਲਾ, ਇਹਨਾਂ ਸਾਰਿਆਂ ਨੇ ਜਾ ਕੇ ਜਦੋਂ ਸਮਾਜਿਕ ਬਾਈਕਾਟ ਦਾ ਸੱਦਾ ਦੇ ਦਿੱਤਾ ਅਕਾਲ ਤਖਤ ਸਾਹਿਬ ਤੋਂ, ਜਦੋਂ ਕਹਿ ਦਿੱਤਾ ਗਿਆ ਕਿ ਇਹ ਦੋਸ਼ੀ ਨੇ ਸਿੱਖ ਕੌਮ ਦੇ, ਤਾਂ ਇਹਨਾਂ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਾ ਰੱਖੇ, ਉਹਨਾਂ ਨੂੰ ਵੀ ਅਹਿਸਾਸ ਹੋ ਗਿਆ ਤੇ ਉਹਨਾਂ ਨੇ ਸਾਰਿਆਂ ਨੇ ਜਾ ਕੇ ਮਾਫੀ ਮੰਗੀ। ਇਹ ਆ ਅਕਾਲ ਤਖਤ ਸਾਹਿਬ ਦੀ ਸ਼ਕਤੀ, ਛੇਵੇਂ ਪਾਤਸ਼ਾਹ ਦੇ ਤਖਤ ਦੀ। ਸੋ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚੋਂ ਮੈਨੂੰ ਇੱਕ ਆਸ ਦੀ ਕਿਰਨ ਜਾਗੀ ਹੈ। ਲੇਕਿਨ ਮੈਂ ਗੱਲ ਕਰ ਰਿਹਾ ਸੀ, ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਵੀ ਨਹੀਂ ਹੋਇਆ, ਪਰ ਜਦੋਂ ਉਹਨਾਂ ਨੂੰ ਵੀ ਸਜ਼ਾ ਲਾਈ ਗਈ ਵੀ ਤੁਹਾਡੀ ਗਲਤੀ ਹੈ, ਤੁਹਾਨੂੰ ਕੋੜੇ ਪੈਣਗੇ, ਤਾਂ ਤੁਸੀਂ ਕਿਹਾ ਉਹਨਾਂ ਨੇ ਸਜ਼ਾ ਕਬੂਲ ਵੀ ਕੀਤੀ। ਪਰ ਅੱਜ ਦੇ ਸਮੇਂ ਵਿੱਚ ਉੱਦਾਂ ਦਾ ਰਾਜ ਵੀ ਨਹੀਂ, ਹਾਲਾਂਕਿ ਨਾਰੇ ਲੱਗਦੇ ਨੇ ਰਾਜ ਨਹੀਂ ਸੇਵਾ, ਨਾ ਸੇਵਾ ਹੈ ਨਾ ਰਾਜ ਹੈ, ਤੁਸੀਂ ਜਾਣਦੇ ਹੋ। ਪਰ ਕੀ ਅੱਜ ਦੇ ਜੋ ਜਥੇਦਾਰ ਨੇ ਉਹ ਇੰਨੀ ਕੁ ਮਤਲਬ ਕਿ ਕੋਸ਼ਿਸ਼ ਜਾਂ ਹਿੰਮਤ ਕਰਨਗੇ ਕਿ ਸੱਚ ਕਹਿ ਸਕਣ ਵੀ ਤੁਹਾਡੀ ਗਲਤੀ ਹੈ ਤੇ ਤੁਸੀਂ ਆਓ? ਦੇਖੋ ਜੀ, ਮੈਂ ਤਾਂ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੱਲ ਕਹੀ ਸੀ ਕਿ ਨਾਮ ਉਹਨਾਂ ਦਾ ਰਹਿੰਦਾ। ਪਤਾ ਨਹੀਂ ਇੱਥੇ ਮੈਂ ਤੁਹਾਡੇ ਨਾਲ ਇੰਟਰਵਿਊ ਕਰਦਿਆਂ ਵੀ ਡਿੱਗ ਸਕਦਾ, ਕੌਣ ਅਗਲੇ ਪਲ ਇਸ ਦੁਨੀਆ ਤੋਂ ਜਾ ਸਕਦਾ। ਲੇਕਿਨ ਜੇ ਰਹਿਣੀ ਹੈ ਸੱਚਾਈ, ਰਹਿਣੀ ਸੱਚ ਰਹਿਣਾ, ਦ੍ਰਿੜਤਾ ਰਹਿਣੀ, ਵਿਸ਼ਵਾਸ ਰਹਿਣਾ, ਭਰੋਸਾ ਰਹਿਣਾ, ਤਾਂ ਉਹ ਭਰੋਸਾ ਕੌਮ ਦੇ ਵਿੱਚ ਜਿਹੜਾ ਗਵਾਚਦਾ ਜਾ ਰਿਹਾ ਸਾਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀਆਂ ਦਾ, ਉਹ ਪੈਦਾ ਕਰਨਾ ਪਵੇਗਾ। ਉਹ ਛੋਟੀ ਉਮਰ ਦੇ ਵਿੱਚ ਨੇ, ਉਹਨਾਂ ਨੂੰ ਜਿਹੜਾ ਮਾਣ ਸਨਮਾਨ ਮਿਲਣਾ ਸੀ ਉਹ ਕੌਮ ਨੇ ਬਹੁਤ ਵੱਡਾ ਦੇ ਦਿੱਤਾ। ਅੱਜ ਕੌਮ 3 ਕਰੋੜ ਦੀ ਵੱਧ ਜਿਹੜੀ ਸਾਡੀ ਕੌਮ ਹੈ, ਉਹਦੇ ਵਿੱਚ ਇੱਕ ਜਥੇਦਾਰ ਦੇ ਉੱਪਰ ਆਸ ਰੱਖੀ ਹੈ। ਇੱਕ ਜਥੇਦਾਰ ਸਾਡੇ ਬੈਠੇ ਨੇ ਅਕਾਲ ਤਖਤ ਸਾਹਿਬ ਦੇ, ਇਹ ਐਕਟਿੰਗ ਜਥੇਦਾਰ ਨੇ, ਜਿਹੜੇ ਅਸਲ ਜਥੇਦਾਰ ਬੈਠੇ ਨੇ ਤਿਹਾੜ ਜੇਲ੍ਹ ਦੇ ਵਿੱਚ, ਭਾਈ ਜਗਤਾਰ ਸਿੰਘ ਹਵਾਰਾ। ਮੈਂ ਉਹਨਾਂ ਨੂੰ ਜਾ ਕੇ 30 ਨਵੰਬਰ 2018 ਨੂੰ ਅਸਤੀਫਾ ਦਿੱਤਾ ਸੀ ਫੈਡਰੇਸ਼ਨ ਤੋਂ, ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਕੌਮ ਦੇ ਵਿੱਚ ਇਕਜੁੱਟਤਾ ਲਿਆਓ, ਤੇ ਉਹਨਾਂ ਨੇ ਅੱਖਾਂ ਭਰ ਕੇ ਕਿਹਾ ਸੀ ਕਿ ਮੈਂ ਜੇਲ੍ਹ ਦੇ ਵਿੱਚ, ਮੈਨੂੰ ਕਾਲ ਕੋਠਰੀਆਂ ਦਾ ਕੋਈ ਡਰ ਨਹੀਂ, ਮੈਨੂੰ ਕਿਸੇ ਤਰ੍ਹਾਂ ਦਾ ਭੁੱਖੇ ਭਾਣੇ ਵੀ ਸਰਕਾਰਾਂ ਰੱਖਦੀਆਂ ਨੇ, ਮੈਨੂੰ ਕੋਈ ਦਰਦ ਨਹੀਂ, ਪਰ ਮੇਰੀ ਕੌਮ ਇਕੱਠੀ ਹੋਣੀ ਚਾਹੀਦੀ ਹੈ। ਤੇ ਇਹੋ ਜਿਹੀਆਂ ਜਿਹੜੀਆਂ ਆਤਮਾਵਾਂ ਨੇ, ਇਹ ਜੇਕਰ ਇਹੋ ਜਿਹਾ ਆਵਾਜ਼ ਬੁਲੰਦ ਕਰਨਗੀਆਂ ਤੇ ਮੈਂ ਸਮਝਣਾ ਕਿ ਕੌਮ ਆਪਣੇ ਆਪ ਚੜ੍ਹਦੀ ਕਲਾ ਨਜ਼ਰ ਆਵੇਗੀ। ਬੇਭਰੋਸਗੀ ਦੂਰ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ। ਲੇਕਿਨ ਜਿਵੇਂ ਤੁਸੀਂ ਕਿਹਾ ਵੀ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਫਿਰ ਬਾਦਲ ਪਰਿਵਾਰ ਤੇ ਨਿਸ਼ਾਨਾ ਵਿੰਨ੍ਹਿਆ ਜਥੇਦਾਰ ਸਾਹਿਬ ਨੇ, ਪਰ ਤੁਹਾਨੂੰ ਦੂਜਾ ਪੱਖ ਇਹ ਨਹੀਂ ਲੱਗਦਾ ਵੀ ਕਿਉਂਕਿ ਹੁਣ ਚੋਣਾਂ ਵੀ ਨੇੜੇ ਆ ਰਹੀਆਂ ਨੇ ਤੇ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਜਿਹੜਾ ਹੈ ਖਾਸ ਕਰਕੇ ਉਹ ਹਾਸ਼ੀਏ ਤੇ ਵੀ ਨਜ਼ਰ ਆ ਰਿਹਾ, ਕਿਉਂਕਿ ਜੋ ਬੀਤੇ ਕੁਝ ਸਮੇਂ ਦੇ ਵਿੱਚ ਜੋ ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ, ਤੇ ਜਥੇਦਾਰ ਸਾਹਿਬ ਦੀ ਕੋਸ਼ਿਸ਼ ਹੋਵੇ ਕਿ ਕੋਈ ਨਾ ਤੁਸੀਂ ਸਾਰੇ ਇਕੱਠੇ ਹੋਵੋ, ਫਿਰ ਤੋਂ ਹੋ ਸਕਦਾ ਹੈ ਕਿ ਉਹਨਾਂ ਦੇ ਪੱਖ ਦੀ ਹੀ ਗੱਲ ਕਰ ਰਹੇ ਹੋਣ। ਨਹੀਂ, ਦੇਖੋ ਅੱਜ ਦਾ ਜਿਹੜਾ ਯੁੱਗ ਹੈ, ਜਿਸ ਦੇ ਵਿੱਚ ਤੁਸੀਂ, ਤੁਹਾਡੇ ਦਿਮਾਗ ਦੇ ਵਿੱਚ ਇਹ ਸਵਾਲ ਉੱਠ ਸਕਦਾ ਤੇ ਕੌਮ ਦੇ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਵੀ ਉੱਠ ਰਿਹਾ, ਪਰ ਮੇਰੀ ਇੱਕੋ ਗੱਲ ਇਹ ਕਿ ਚੋਣਾਂ ਕਦੋਂ ਹੋਣੀਆਂ, ਕਿਸ ਰੂਪ ਵਿੱਚ ਹੋਣੀਆਂ, ਕਿਹੜੇ ਹਾਲਾਤਾਂ 'ਚ ਹੋਣੀਆਂ, ਪਰ ਜਿਹੜਾ ਹਾਸ਼ੀਏ ਤੇ ਜਾ ਚੁੱਕਾ ਦਲ, ਜਿੰਦੇ 15 ਕੁ ਮੈਂਬਰ ਸਾਰੇ ਬਣੇ ਆ ਵਿਧਾਨ ਸਭਾ ਦੇ ਵਿੱਚ, ਅੱਜ ਉਹਨਾਂ ਨੂੰ ਆਪਣੇ ਆਪ ਹੀ ਸਵੇ ਪੜਚੋਲ ਕਰ ਲੈਣੀ ਚਾਹੀਦੀ ਹੈ। ਜਥੇਦਾਰ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਭਾਈ ਤੁਹਾਡੇ ਹਾਲਾਤ ਕੀ ਨੇ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੱਕ ਨੂੰ ਅਗਲਿਆਂ ਨੇ ਘੇਰ ਲਿਆ। ਪੰਥਕ ਜਥੇਬੰਦੀਆਂ ਦੇ ਵਿੱਚੋਂ ਕੁਝ ਲੋਕਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਘੇਰਿਆ, ਤੇ ਉੱਥੇ ਅੱਜ ਇੱਕ ਝੜਪ ਹੋਈ ਹੈ ਜਿਸ ਦੇ ਵਿੱਚ ਸਿੱਖ ਨਾਲ ਲੜਦਾ ਨਜ਼ਰ ਆਇਆ। ਤਾਂ ਉਹਦੇ ਵਿੱਚ ਦੋਸ਼ੀ ਕੌਣ ਹੈ, ਤਾਂ ਉਹਦੇ ਵਿੱਚ ਪੰਥ ਪ੍ਰਸਤ ਕੌਣ ਹੈ, ਪਹਿਰੇਦਾਰ ਕੌਣ ਹੈ, ਉਹ ਐਨਾਲਿਸਿਸ ਇੱਕ ਅਲੱਗ ਹੈ, ਪਰ ਉੱਥੇ ਸਿੱਖ ਨਾਲ ਲੜਿਆ, ਤੇ ਉਹ ਜਿਹੜੀ ਲੜਾਈ ਹੈ ਉਹ ਬਹੁਤ ਦੁਖਦਾਈ ਲੜਾਈ ਹੈ। ਤੇ ਜਥੇਦਾਰ ਸਾਹਿਬ ਨੇ ਇਹਨਾਂ ਗੱਲਾਂ ਦੀ ਹੀ ਚੇਤਾਵਨੀ ਦਿੱਤੀ ਹੈ ਕਿ ਭਾਈ ਜੇ ਤੁਹਾਡਾ ਕੰਟਰੋਲ ਹੈ ਤਾਂ ਤੁਸੀਂ ਅੱਖਾਂ ਮੀਚ ਕੇ ਜਿਹੜੇ ਗਲਤ ਫੈਸਲੇ ਲਏ ਨੇ ਉਹ ਤੁਹਾਨੂੰ ਵਾਪਸ ਲੈਣੇ ਪੈਣਗੇ। ਜਿਹੜੇ ਗਲਤੀਆਂ ਹੋਈਆਂ ਨੇ, ਜਿਨ੍ਹਾਂ ਨੇ ਕੀਤੀਆਂ, ਉਹ ਸਵੀਕਾਰ ਕਰਨੀਆਂ ਪੈਣਗੀਆਂ, ਧਾਰਮਿਕ ਸਜ਼ਾ ਤੁਹਾਨੂੰ ਲਵਾਉਣੀ ਪਏਗੀ, ਔਰ ਤੁਹਾਨੂੰ ਅਹੁਦੇ ਵੀ ਛੱਡਣੇ ਪੈਣਗੇ। ਇਹ ਗੱਲਾਂ ਤਾਂ ਉਹਨਾਂ ਨੇ ਕਹਿ ਦਿੱਤੀਆਂ, ਸੋ ਸਾਨੂੰ ਉਹਨਾਂ ਦੇ ਉੱਤੇ ਹੁਣ ਵਿਸ਼ਵਾਸ ਕਰਨਾ ਹੀ ਪਏਗਾ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਜੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਗੱਲ ਕਹੀ ਹੈ ਕਿ ਸਿਆਸੀ ਵਖਰੇਵੇਂ ਤੋਂ ਬਾਅਦ ਸਿਧਾਂਤਕ ਵਖਰੇਵਾਂ
ਜਾਂ ਫਿਰ ਆਪਸੀ ਬੇਭਰੋਸਗੀ ਹੈ ਤਾਂ ਗੱਲ ਤਾਂ ਜ਼ਰੂਰ ਕੋਈ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।